ਸ਼ਬਦ ਚਿੱਤਰ ਮਿਲੇਨਾ। ਲੇਖਕ ਡਾਕਟਰ ਹਰਪਾਲ ਸਿੰਘ ਪੰਨੂ। ਉਹ ਰਾਜ਼ੀ ਹੋਣ ਲੱਗੀ। ਉਹਦੇ ਵਾਰਡ 'ਚ 6 ਔਰਤਾਂ ਮੌਤ ਤੇ ਜ਼ਿੰਦਗੀ ਵਿਚਕਾਰ ਘਿਰੀਆਂ ਘੁਲ ਰਹੀਆਂ ਸਨ। ਮਿਲੇਨਾ ਦੀ ਜ਼ਿੰਦਗੀ ਮੁੜੀ ਦੇਖ ਕੇ ਉਹਨਾਂ ਦੀਆਂ ਅੱਖਾਂ 'ਚ ਚਮਕ ਆ ਗਈ। ਜੀਵਨ ਫਿਰ ਧੜਕਣ ਲੱਗਾ। ਮਿਲੇਨਾ ਦੇ ਪਿਤਾ ਨੇ ਪਾਰਸਲ ਭੇਜਿਆ। ਸਭ ਕੁਝ ਮਰੀਜ਼ਾਂ 'ਚ ਵੰਡ ਦਿੱਤਾ ਗਿਆ। ਮਨਹੂਸ ਕਮਰਾ ਤਿਉਹਾਰ 'ਚ ਬਦਲ ਗਿਆ। ਇੱਕ ਮਾਸੂਮ ਕੁੜੀ ਨੂੰ ਜੇਲ੍ਹ ਦਾ ਖਾਣਾ ਕਦੀ ਨਹੀਂ ਪਚਿਆ, ਮਰਨ ਕਿਨਾਰੇ ਪੁੱਜੀ ਸੀ। ਮਿਲੇਨਾ ਦੇ ਪਿਤਾ ਵੱਲੋਂ ਆਈਆਂ ਖਾਣ ਦੀਆਂ ਚੀਜ਼ਾਂ ਵੱਲ ਉਹ ਦੇਖਣੋਂ ਹਟੀ ਨਾ। ਉਹਨੂੰ ਉਹਦਾ ਹਿੱਸਾ ਦਿੱਤਾ ਗਿਆ ਤਾਂ ਉਹਨੇ ਰੱਬ ਦੇ ਸ਼ੁਕਰਾਨੇ ਦਾ ਗੀਤ ਗਾਇਆ। ਸਾਰੀਆਂ ਕੈਦਨਾਂ ਉਸ ਨਾਲ ਮਿਲ ਕੇ ਗਾਉਣ ਲੱਗੀਆਂ। ਮਿਲੇਨਾ ਮੰਜੀ ਤੋਂ ਉੱਠ ਕੇ ਦਰਵਾਜ਼ੇ ਸਾਹਮਣੇ ਬੈਠ ਕੇ ਸੀਖਾਂ ਵਿੱਚੋਂ ਦੀ ਬਾਹਰਲੀ ਆਜ਼ਾਦ ਦੁਨੀਆ ਦੇਖਣ ਲਈ ਉੱਠਣ ਵਾਸਤੇ ਤਾਣ ਲਾਉਂਦੀ ਲੱਗੀ, ਪਰ ਵਿਅਰਥ। ਫਿਰ ਉਹ ਰੌਸ਼ਨਦਾਨ ਵਿੱਚੋਂ ਦੀ ਆਕਾਸ਼ 'ਚ ਉੱਡਦੇ ਬੱਦਲ ਦੇਖਣ ਲੱਗੀ, ਜੋ ਮਰਜ਼ੀ ਨਾਲ ਇੱਧਰ ਉੱਧਰ ਜਾ ਸਕਦੇ ਸਨ। ਇੰਨੇ ਨੂੰ ਭਾਰ ਢੋਂਦੀਆਂ ਕੈਦਨਾਂ ਨੇ ਇੱਕ ਗੀਤ ਛੇੜ ਲਿਆ। ਖਿੜ ਗਏ ਨੇ ਦੇਸ਼ ਦੇ ਗੁਲਾਬ, ਜਾਣਾ ਹੈ ਜਨਾਬ, ਉੱਥੇ ਜਾਵਾਂਗੇ ਜਨਾਬ, ਰੰਗ ਬਰੰਗੇ ਖੁਸ਼ਬੂ ਭਿੰਨੇ ਖਿੜ ਗਏ ਗੁਲਾਬ, ਜਾਨੂ ਖਿੜ ਗਏ ਗੁਲਾਬ। ਇਹ ਬੋਲ ਸੁਣ ਕੇ ਮਿਲੇਨਾ ਨੇ ਦੋਵਾਂ ਹੱਥਾਂ ਨਾਲ ਮੂੰਹ ਢੱਕ ਲਿਆ, ਖੂਬ ਰੋਈ। ਅਪ੍ਰੈਲ ਦੇ ਮਹੀਨੇ ਦੂਜਾ ਗੁਰਦਾ ਖਰਾਬ ਹੋ ਗਿਆ। ਹੁਣ ਸਭ ਉਮੀਦਾਂ ਖਤਮ। ਕੈਦਨਾਂ ਨੇ ਰਲ ਕੇ ਦਿਨੇ ਸੂਰਜ ਅੱਗੇ ਅਰਦਾਸ ਕੀਤੀ, ਰਾਤ ਪਈ ਤਾਰਿਆਂ ਅੱਗੇ ਹੱਥ ਜੋੜੇ। ਜਿੰਨੀ ਵਧੀਕ ਹਾਲਤ ਵਿਗੜਦੀ, ਮਿਲੇਨਾ ਉਨੇ ਵਿਸ਼ਵਾਸ ਨਾਲ ਕਿਹਾ ਕਰਦੀ, ਮੈਂ ਠੀਕ ਹੋ ਰਹੀ ਹਾਂ। ਮੇਰੇ ਪੈਰਾਂ ਦਾ ਰੰਗ ਦੇਖੋ, ਇਹ ਕੋਈ ਮਰਦੀ ਹੋਈ ਔਰਤ ਦੇ ਪੈਰ ਨੇ। ਮੇਰੇ ਹੱਥ ਦੀਆਂ ਲਕੀਰਾਂ ਮਿਟ ਰਹੀਆਂ ਨੇ, ਮਿਟਿਆਈ ਕਰਦੀਆਂ ਨੇ। ਪਿਤਾ ਨੇ ਕੁਝ ਕੁ ਦਿਨਾਂ ਦੇ ਵਕਫੇ ਬਾਅਦ ਖੂਬਸੂਰਤ ਦ੍ਰਿਸ਼ਾਂ ਵਾਲੇ 3 ਪੋਸਟ ਕਾਰਡ ਭੇਜੇ। ਇਹ ਮੋਜ਼ਾਰਟ ਕਲਾਕ੍ਰਿਤਾਂ ਦੀਆਂ ਫੋਟੋਆਂ ਸਨ। ਮਿਲੇਨਾ ਕੈਦਨਾਂ ਨੂੰ ਦੱਸਦੀ ਰਹਿੰਦੀ, ਦੇਖੋ ਇਹ ਪੁਲ, ਆਪਣੇ ਦੋਸਤ ਫਰੇਡੀ ਮੇਅਰ ਨਾਲ ਮੈਂ ਪੁਲ ਪਾਰ ਕਰਿਆ ਕਰਦੀ ਹੁੰਦੀ ਸਾਂ। ਇਹ ਸੰਤ ਜੌਨ ਦਾ ਬੁੱਤ ਹੈ, ਜਿਹਦੇ ਪਿੱਛੇ ਤੰਗ ਗਲੀ ਪ੍ਰਾਗ ਦੇ ਬਾਜ਼ਾਰ ਵੱਲ ਜਾਂਦੀ ਹੈ। ਇਹ ਪੇਂਟਿੰਗ ਦੇਖੋ, 4 ਦੇਵਤਿਆਂ ਦੇ ਹੱਥਾਂ 'ਚ ਤਲਵਾਰਾਂ ਹਨ। ਦਰਵਾਜ਼ਾ ਲੰਘ ਕੇ ਅਸੀਂ ਮਹਿਲ ਅੰਦਰ ਚਲੇ ਜਾਂਦੇ, ਪੌੜੀਆਂ ਚੜ੍ਹਨੀਆਂ ਪੈਂਦੀਆਂ ਸੀ। ਫਿਰ ਪਿਤਾ ਦਾ ਖੱਤ ਆਇਆ। ਖੂਬਸੂਰਤ ਬਸੰਤ ਦੀਆਂ ਗੱਲਾਂ ਲਿਖੀਆਂ ਹੋਈਆਂ। ਬਾਗ 'ਚ ਪਿਓ ਧੀ ਵੱਲੋਂ ਪੁਰਾਣੇ ਦਿਨਾਂ ਦੀ ਸਵੇਰ ਦੀ ਸੈਰ, ਜੰਗਲ ਦੀ ਸੈਰ। ਖੱਤ ਪੜ੍ਹ ਕੇ ਕਿਹਾ, ਮਾਰਗਰੇਟ, ਪਾਪਾ ਹੋਰ ਕਿਉਂ ਨਹੀਂ ਲਿਖਦੇ? ਕੁਝ ਦਿਨਾਂ ਬਾਅਦ ਪਿਤਾ ਦਾ ਫਿਰ ਖੱਤ ਆਇਆ। ਲਿਖਿਆ ਸੀ, ਮੁਬਾਰਕ ਧੀਏ, ਮੇਰੀ ਦੋਤੀ ਨੇ 12ਵੀਂ ਪਾਸ ਕਰ ਲਈ ਹੈ, ਪੜ੍ਹਨ ਨੂੰ ਚੰਗੀ ਨਿਕਲੀ ਹੈ। ਪਿਤਾ ਨੇ ਝੂਠ ਲਿਖਿਆ। ਮਿਲੇਨਾ ਨੇ ਝੂਠ ਫੜ ਲਿਆ, ਅੱਗੋਂ ਚਿੱਠੀ ਨਹੀਂ ਪੜ੍ਹੀ। 15 ਮਈ 1944 ਨੂੰ ਵਾਨ ਜੇਵਟ ਦਾ ਭੇਜਿਆ ਪਾਰਸਲ ਆਇਆ। ਮਿਲੇਨਾ ਨੂੰ ਸੁਣਨੋਂ ਤੇ ਦਿਸਣੋਂ ਘਟ ਗਿਆ ਸੀ। ਬਾਰ-ਬਾਰ ਪੁੱਛਦੀ, ਕਿਹਦਾ ਪਾਰਸਲ ਹੈ? ਬਾਰ-ਬਾਰ ਦੱਸਿਆ ਜਾਂਦਾ, ਜ਼ੇਵਟ ਦਾ। ਉਹਦਾ ਜੀਅ ਕਰਦਾ ਸੀ ਬਾਰ-ਬਾਰ ਕੋਈ ਇਹੋ ਨਾਮ ਸੁਣਾਈ ਜਾਵੇ। ਫਿਰ ਸ਼ੁਕਰਾਨੇ 'ਚ ਠੰਡਾ ਸਾਹ ਲਿਆ, ਖੁਸ਼ ਹੋ ਕੇ ਕਿਹਾ, ਸ਼ੁਕਰ ਰੱਬ ਸੱਚੇ ਦਾ ਕਿ ਉਹ ਜਿਉਂਦਾ ਹੈ। ਮੈਂ ਸਮਝਦੀ ਰਹੀ ਕਿ ਉਹਨੂੰ ਗੋਲੀ ਮਾਰਤੀ ਗਈ। ਮਿਲੇਨਾ ਦੇ ਪਿਤਾ ਨੂੰ ਜ਼ੇਵਟ ਨੇ ਦੱਸਿਆ ਸੀ ਕਿ ਮਿਲੇਨਾ ਕਿਸ ਤਸੀਹਾ ਕੇਂਦਰ 'ਚ ਹੈ। ਮਿਲੇਨਾ ਤੋਂ ਬਾਅਦ ਉਹ ਵੀ ਫੜਿਆ ਗਿਆ ਸੀ, ਪਰ ਚੰਗੀ ਕਿਸਮਤ ਜ਼ਮਾਨਤ ਹੋ ਗਈ। ਮਿਲੇਨਾ ਦੀ ਜ਼ਮਾਨਤ ਵਾਸਤੇ ਉਹਨੇ ਇੰਤਜ਼ਾਮ ਕਰ ਲਏ। ਅਦਾਲਤ ਦੀ ਪ੍ਰਵਾਨਗੀ, ਜ਼ਮਾਨਤੀ ਬਾਂਡ, ਵਕੀਲ ਦੇ ਘਰ ਬੰਬ ਡਿੱਗਿਆ, ਸਭ ਖਤਮ। ਮਾਰਗਰੇਟ ਆਪਣੀ ਜੇਲ੍ਹ ਡਿਊਟੀ ਦੀ ਮੁਸ਼ੱਕਤ 'ਤੇ ਗਈ ਹੋਈ ਸੀ। ਇੱਕ ਕੈਦਨ ਦੌੜੀ ਗਈ, ਮਿਲੇਨਾ ਮਰ ਰਹੀ ਹੈ ਗ੍ਰੇਟ, ਮਿਲੇਨਾ ਮਰ ਰਹੀ ਹੈ। ਮਿਲੇਨਾ ਦਾ ਚਿਹਰਾ ਸ਼ਾਂਤ, ਆਨੰਦਤ, ਚਮਕਦੀਆਂ ਨੀਲੀਆਂ ਅੱਖਾਂ ਨਾਲ ਮਾਰਗਰੇਟ ਵੱਲ ਦੇਖ ਕੇ ਮਿਲਣ ਲਈ ਬਾਹਾਂ ਫੈਲਾਈਆਂ। ਆਲੇ ਦੁਆਲੇ ਚੈੱਕ ਕੈਦਨਾਂ ਘੇਰਾ ਪਾਈ ਖਲੋਤੀਆਂ ਸੀ। ਫਿਰ ਬੇਹੋਸ਼ ਹੋ ਗਈ। 2 ਦਿਨ ਬਾਅਦ 17 ਮਈ ਨੂੰ ਹਮੇਸ਼ ਵਾਸਤੇ ਅੱਖਾਂ ਬੰਦ ਹੋ ਗਈਆਂ। ਡਾਕਟਰ ਨੇ ਪਿਤਾ ਜੇਸੈਂਸਕੀ ਨੂੰ ਟੈਲੀਗ੍ਰਾਮ ਦਿੱਤੀ, ਚਾਹੋ ਤਾਂ ਮਿਲੇਨਾ ਦਾ ਤਾਬੂਤ ਪ੍ਰਾਗ ਲਿਜਾ ਸਕਦੇ ਹੋ। ਮਾਰਗਰੇਟ ਵੱਡੇ ਜੇਲ੍ਹ ਦਰਵਾਜ਼ੇ ਤੱਕ ਲਾਸ਼ ਵਿਦਾ ਕਰਨ ਗਈ। ਲਿਖਦੀ ਹੈ, ਹਲਕੀ ਬੂੰਦਾਬਾਂਦੀ ਹੋ ਰਹੀ ਸੀ। ਮੈਂ ਚਾਹੁੰਦੀ ਸਾਂ ਮੇਰੀਆਂ ਗੱਲਾਂ ਉੱਪਰਲੀਆਂ ਬੂੰਦਾਂ ਨੂੰ ਕਣੀਆਂ ਸਮਝਿਆ ਜਾਵੇ। ਮੌਤ ਤੋਂ ਕੁਝ ਦਿਨ ਪਹਿਲਾਂ ਮਿਲੇਨਾ ਨੇ ਮੈਨੂੰ ਕਿਹਾ, ਯਾਦ ਹੈ ਨਾ ਤੈਨੂੰ, ਕਿਤਾਬ ਲਿਖਣੀ ਯਾਦ ਹੈ ਨਾ? ਘੱਟੋ ਘੱਟ ਤੂੰ ਮੈਨੂੰ ਨਹੀਂ ਭੁੱਲੇਂਗੀ। ਤੇਰੇ ਰਾਹੀਂ ਮੈਂ ਜਿਉਂਦੀ ਰਹਾਂਗੀ। ਤੇਰੇ ਰਾਹੀਂ ਲੋਕਾਂ ਨੂੰ ਪਤਾ ਲੱਗੇਗਾ ਮਿਲੇਨਾ ਕੁੜੀ ਕੌਣ ਸੀ। ਤੂੰ ਮੇਰੀ ਹਮਦਰਦ ਹੈ, ਮੇਰੀ ਜੱਜ। ਇਹਨਾਂ ਬੋਲਾਂ ਨੇ ਮੈਨੂੰ ਉਹਦੀ ਕਥਾ ਲਿਖਣ ਦੀ ਹਿੰਮਤ ਦਿੱਤੀ। ਮਿਲੇਨਾ ਦੀ ਮੌਤ ਵੇਲੇ ਧੀ ਹੌਂਜਾ 11 ਸਾਲ ਦੀ ਸੀ। 17 ਸਾਲ ਦੀ ਉਮਰ ਵਕਤ ਡਾਕਟਰ ਨਾਨਾ ਵਿਦਾ ਹੋ ਗਿਆ। ਮਿਲੇਨਾ ਆਪਣੇ ਸਿਆਸੀ ਤੇ ਸਾਹਿਤਕ ਕੰਮਾਂ 'ਚ ਇੰਨੀ ਉਲਝੀ ਰਹਿੰਦੀ ਕਿ ਜਿਸ ਤਰ੍ਹਾਂ ਦੀ ਪਰਵਰਿਸ਼ ਪਿਆਰ ਭਰੇ ਮਾਹੌਲ 'ਚ ਹੋਣੀ ਚਾਹੀਦੀ ਹੈ, ਹੌਂਜਾ ਦੀ ਉਵੇਂ ਨਹੀਂ ਹੋਈ। ਮਾਂ ਧੀ ਸਹੇਲੀਆਂ ਵਾਂਗ ਰਹਿੰਦੀਆਂ ਸੀ। ਮਾਪਿਆਂ ਦਾ ਸਹੀ ਪਿਆਰ ਨਾ ਮਿਲਣ ਕਾਰਨ ਇਸ ਕੁੜੀ ਦੀ ਜ਼ਿੰਦਗੀ ਦੁਰਘਟਨਾਵਾਂ ਭਰਪੂਰ ਰਹੀ। ਹੌਂਜਾ ਦਾ ਬੇਟਾ ਜੌਨ ਸਰਨੀ ਦੱਸਦਾ ਕਿ ਮੰਮੀ ਕਦੇ ਮੇਰੀ ਨਾਨੀ ਦੀ ਗੱਲ ਨਹੀਂ ਕਰ ਸਕੀ।
ਅਸੀਂ ਸਭ ਹੈਰਾਨ ਰਹਿ ਗਏ ਜਦੋਂ ਸਾਨੂੰ ਪਤਾ ਲੱਗਾ ਉਹਨੇ ਤਾਂ ਮਿਲੇਨਾ ਉੱਪਰ ਕਿਤਾਬ ਲਿਖ ਰੱਖੀ ਹੈ। ਇਸ ਕਿਤਾਬ ਦਾ ਨਾਮ ਹੈ ਕਾਫਕਾ ਦੀ ਮਿਲੇਨਾ, ਕਾਫਕਾਜ਼ ਮਿਲੇਨਾ। ਏ.ਜੀ. ਬਰਨੇ ਨੇ ਚੈੱਕ 'ਚੋਂ ਅੰਗਰੇਜ਼ੀ 'ਚ ਅਨੁਵਾਦ ਕੀਤਾ। ਹਾਂਜਾ ਲਿਖਦੀ ਹੈ, ਮਾਂ ਦੀ ਮੌਤ ਤੋਂ 1 ਸਾਲ ਬਾਅਦ ਯੁੱਧ ਖਤਮ ਹੋ ਗਿਆ। ਮੈਨੂੰ ਯਕੀਨ ਨਹੀਂ ਆਉਂਦਾ ਸੀ ਮਾਂ ਦੀ ਮੌਤ ਦਾ। ਇੱਕ ਔਰਤ ਨੇ ਮੈਨੂੰ ਲੰਮਾ ਖੱਤ ਲਿਖਿਆ। ਇਹ ਬੀਬੀ ਅਖੀਰਲੇ ਸਾਹ ਤੱਕ ਰੇਵੰਸਬਰੁਕ ਜੇਲ੍ਹ 'ਚ ਮੰਮੀ ਨਾਲ ਰਹੀ ਸੀ। ਇਸ ਖੱਤ ਵਿੱਚ ਜੇਲ੍ਹ ਅੰਦਰਲੇ ਹਾਲਾਤ ਦਾ ਵਿਸਥਾਰ ਸਹਿਤ ਵਰਣਨ ਸੀ। ਬਹੁਤ ਸਾਰੇ ਕੈਦੀਆਂ ਦੇ ਨਾਮ ਲਿਖੇ ਸਨ, ਪਰ ਮੈਂ ਇੰਨੀ ਛੋਟੀ ਸੀ, ਮੇਰੀ ਕੁਝ ਸਮਝ 'ਚ ਨਾ ਆਇਆ। ਮੈਨੂੰ ਕੁਝ ਹੋਰ ਚਾਹੀਦਾ ਸੀ, ਕੋਈ ਇਹੋ ਜਿਹਾ ਸਬੂਤ ਜਿੱਥੋਂ ਮੈਨੂੰ ਪੱਕਾ ਪਤਾ ਲੱਗ ਜਾਏ ਕਿ ਮਾਂ ਨਹੀਂ ਰਹੀ। ਪੱਤਰ ਲਿਖਣ ਵਾਲੀ ਆਂਟੀ ਮਾਰਗਰੇਟ ਇੱਕ ਦਿਨ ਘਰ ਆ ਗਈ। ਮੰਮੀ ਦਾ ਇੱਕ ਟੁੱਟਾ ਦੰਦ ਮਾਰਗਰੇਟ ਨੇ ਸੰਭਾਲ ਲਿਆ ਸੀ। ਉਹਨੇ ਮੈਨੂੰ ਇਹ ਨਿਸ਼ਾਨੀ ਸੌਂਪ ਦਿੱਤੀ। ਮੇਜ਼ ਉੱਪਰ ਮੇਰੇ ਸਾਹਮਣੇ ਮਾਮਾ ਦਾ ਦੰਦ ਪਿਆ ਸੀ, ਉਹੀ ਦੰਦ ਜਿਹੜਾ ਉਹਦੇ ਹਾਸੇ 'ਚ ਸ਼ਾਮਲ ਹੋਇਆ ਕਰਦਾ ਸੀ, ਜਿਹੜਾ ਮੇਰੇ ਨਾਲ ਗੱਲਾਂ ਕਰਿਆ ਕਰਦਾ ਸੀ। ਆਂਟੀ ਨੇ ਮੈਨੂੰ ਕਿਹਾ, ਮੇਰੇ ਕੋਲ ਉਹਦਾ ਹੋਰ ਕੁਝ ਨਹੀਂ, ਸੋਚਿਆ ਇਹੀ ਤੈਨੂੰ ਦੇ ਆਵਾਂ, ਸ਼ਾਇਦ ਤੈਨੂੰ ਚੰਗਾ ਲੱਗੇ। ਇਹ ਔਰਤ ਚੰਗੀ ਸੀ, ਦਿਆਲੂ ਸੀ, ਪਰ ਚੰਗੇ ਤੇ ਦਿਆਲੂ ਲੋਕਾਂ 'ਚ ਵੀ ਕਿਧਰੇ ਕੋਈ ਪੱਥਰ ਦਿਲ ਜੱਲਾਦ ਬੈਠਾ ਹੁੰਦਾ। ਦੰਦ ਦੇਖ ਕੇ ਮੈਂ ਕੰਬ ਗਈ, ਪਰ ਚਲੋ ਇੰਨੀ ਗੱਲ ਠੀਕ ਹੋਈ ਕਿ ਮਾਂ ਦੀ ਮੌਤ ਉੱਤੇ ਯਕੀਨ ਆ ਗਿਆ। ਇਸ ਨਿਸ਼ਾਨੀ ਨੇ ਮੇਰਾ ਵਜੂਦ ਦੁਫਾੜ ਕਰ ਦਿੱਤਾ। ਮੈਂ ਇਹਨੂੰ ਆਪਣੇ ਕੋਲ ਕਿਵੇਂ ਰੱਖਾਂ? ਮਰ ਚੁੱਕੇ ਬੰਦੇ ਦੇ ਫੁੱਲਦਾਨ 'ਚ ਪਾ ਕੇ ਕੋਈ ਆਪਣੇ ਨਜ਼ਦੀਕ ਰੱਖ ਸਕਦਾ? ਮੈਂ ਇਹਨੂੰ ਸੁੱਟ ਵੀ ਨਹੀਂ ਸਕਦੀ ਸੀ। ਕੁਦਰਤ ਨੇ ਮੇਰੀ ਮਦਦ ਕੀਤੀ। ਇਹਨੂੰ ਸੰਭਾਲ ਕੇ ਮੈਂ ਕਿਸੇ ਅਜਿਹੀ ਥਾਂ ਰੱਖ ਦਿੱਤਾ ਕਿ ਮੁੜ ਕੇ ਨਹੀਂ ਲੱਭਾ। ਨਾ ਮੈਂ ਲੱਭਣ ਦਾ ਯਤਨ ਕੀਤਾ। ਬੰਦੇ ਨੂੰ ਜੇ ਹਰ ਘਟਨਾ ਯਾਦ ਰਹੀ ਜਾਵੇ, ਉਹ ਤਾਂ ਪਾਗਲ ਹੋ ਕੇ ਖੁਦਕੁਸ਼ੀ ਕਰ ਲਏ। ਬੰਦੇ ਦਾ ਦਿਮਾਗ ਉਨੀਆਂ ਕੁ ਯਾਦਾਂ ਸੰਭਾਲਦਾ ਹੈ ਜਿੰਨੀਆਂ ਕੁ ਦਾ ਭਾਰ ਢੋ ਸਕੇ। ਵੱਡੀ ਸੱਟ ਖਾ ਕੇ ਬੇਹੋਸ਼ ਹੋ ਜਾਣਾ ਵੀ ਤਾਂ ਦਰਦ ਤੋਂ ਬਚਣ ਦਾ ਕੁਦਰਤ ਨੇ ਤਰੀਕਾ ਕੱਢਿਆ ਹੀ ਹੈ। ਮੈਨੂੰ ਲੱਗਦਾ ਹੈ ਕਿ ਮਾਂ ਨੂੰ ਕੋਈ ਗੱਲ ਨਹੀਂ ਭੁੱਲਦੀ ਸੀ। ਜਦੋਂ ਮਰਜ਼ੀ ਜੋ ਮਰਜ਼ੀ ਪੁੱਛ ਲਓ, ਜੇ ਉਸ 'ਚ ਭੁਲਾ ਦੇਣ ਦੀ ਸ਼ਕਤੀ ਹੁੰਦੀ, ਹੋ ਸਕਦਾ ਉਹ ਜਿਉਂਦੀ ਰਹਿ ਸਕਦੀ। ਉਹਨੂੰ ਮਾਰਿਆ ਹੀ ਉਹਦੀ ਯਾਦਦਾਸ਼ਤ ਨੇ ਹੈ। ਮੈਂ ਉਹਦੇ ਦੋਸਤਾਂ ਤੇ ਦੁਸ਼ਮਣਾਂ ਨੂੰ ਮਿਲੀ, ਉਹਦੇ ਖੱਤ ਤੇ ਉਹਦੇ ਲੇਖ ਪੜ੍ਹੇ। ਕਾਫਕਾ ਨੇ ਮਾਂ ਨੂੰ ਜੋ ਖੱਤ ਲਿਖੇ ਉਹ ਤਾਂ ਕਿਤਾਬ ਰੂਪ 'ਚ ਛਪ ਚੁੱਕੇ ਹੈ। ਮਾਂ ਦੀ ਮੌਤ ਨੂੰ ਹੁਣ 23 ਸਾਲ ਹੋ ਗਏ ਹੈ। ਮੈਂ ਸੋਚਿਆ ਹੁਣ ਮੇਰੇ ਕੋਲ ਉਸ ਵਾਸਤੇ ਦੱਸਣ ਲਈ ਕੁਝ ਕੁ ਗੱਲਾਂ ਹਨ। ਪੂਰੀ ਤਰ੍ਹਾਂ ਕਿਸੇ ਬੰਦੇ ਨੂੰ ਕੋਈ ਜਾਣ ਹੀ ਨਹੀਂ ਸਕਦਾ, ਦੂਜੇ ਨੂੰ ਤਾਂ ਕੀ ਜਾਣਨਾ, ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਇਹ ਮੰਨ ਕੇ ਕਿ ਮਾਮਾ ਨੂੰ ਕੋਈ ਨਹੀਂ ਜਾਣ ਸਕਿਆ, ਨਾ ਜਾਣ ਸਕੇਗਾ, ਮੈਂ ਲਿਖਣ ਵਾਸਤੇ ਕਲਮ ਚੁੱਕੀ। ਇੱਕ ਦਿਨ ਗੱਲਾਂ ਕਰਦਿਆਂ ਮਾਂ ਨੇ ਅਚਾਨਕ ਕਿਹਾ, ਹਾਂਜਾ ਤੂੰ ਕਿਸੇ ਵਿਦੇਸ਼ੀ ਨੂੰ ਪਿਆਰ ਨਾ ਕਰੀ, ਜੇ ਕਰ ਬੈਠੀ ਵਿਆਹ ਨਾ ਕਰੀ, ਜੇ ਫਰਜ਼ ਕਰ ਵਿਆਹ ਕਰ ਲਏ ਤਾਂ ਬੱਚੇ ਨਾ ਲਈ ਉਸ ਤੋਂ। ਮੈਂ ਕਿਹਾ ਠੀਕ ਹੈ ਮਾਂ। ਮੰਮਾ ਨੇ ਕਿਹਾ ਵਾਅਦਾ? ਮੈਂ ਕਿਹਾ ਵਾਅਦਾ ਰਿਹਾ। ਮੈਂ ਉਸ ਨਾਲ ਉਸ ਗੱਲ ਦਾ ਵਾਅਦਾ ਕਰ ਦਿੱਤਾ ਜਿਸ ਬਾਰੇ ਉਦੋਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਇਸ ਸਭ ਦਾ ਮਤਲਬ ਕੀ ਹੈ। ਬਸ ਮੰਮਾ ਨੇ ਕਿਹਾ ਵਾਅਦਾ ਕਰ, ਮੈਂ ਵਾਅਦਾ ਕਰ ਲਿਆ। 10 ਸਾਲ ਦੀ ਜਵਾਕੜੀ ਨੂੰ ਇਹਨਾਂ ਗੱਲਾਂ ਦਾ ਕੀ ਪਤਾ। ਨਾਨਾ ਨੇ ਮੈਨੂੰ ਕਿਹਾ ਤੇਰੇ ਮਾਮਾ ਨਾਲ ਜੇਲ੍ਹ 'ਚ ਮੁਲਾਕਾਤ ਕਰਕੇ ਆਉਂਦੇ ਆ। ਆਗਿਆ ਮਿਲ ਗਈ। ਅਸੀਂ ਦੋਵੇਂ ਇੱਕੋ ਦਰਵਾਜ਼ਾ ਲੰਘ ਕੇ ਉਸ ਪਾਸੇ ਵੇਖਣ ਲੱਗੇ ਜਿੱਧਰੋਂ ਮਾਮਾ ਨੇ ਆਉਣਾ ਸੀ। ਇੱਕ ਔਰਤ ਆਉਂਦੀ ਦਿਸੀ, ਨਾ ਮੈਂ ਪਛਾਣ ਸਕੀ ਨਾ ਨਾਨਾ ਜੀ। ਲੰਗ ਮਾਰ ਕੇ ਤੁਰਦੀ ਦੇਖ ਕੇ ਅਸੀਂ ਸਮਝ ਗਏ ਕਿ ਮਾਮਾ ਹੈ। ਹੱਥ ਤੇ ਪੈਰ ਸੁੱਜੇ ਹੋਏ ਸੀ, ਚਿਹਰਾ ਤਸੀਆਂ ਕਰਕੇ ਬਦਲ ਗਿਆ ਹੋਇਆ ਸੀ। ਉਹਨੇ ਪੁੱਛਿਆ ਪੜ੍ਹਾਈ ਕਿਵੇਂ ਚੱਲ ਰਹੀ ਹੈ? ਮੈਂ ਕਿਹਾ ਸਾਨੂੰ ਜਬਰਨ ਜਰਮਨ ਬੋਲੀ ਸਿਖਾਉਣ ਲੱਗੇ ਹੋਏ ਹੈ। ਅਸੀਂ ਸਿੱਖਦੇ ਹੀ ਨਹੀਂ, ਸਾਨੂੰ ਚੰਗੀ ਭਲੀ ਸਮਝ ਆ ਜਾਂਦੀ ਹੈ, ਪਰ ਅਸੀਂ ਟੀਚਰ ਨੂੰ ਕਹਿ ਦਿੰਦੇ ਹਾਂ ਸਾਨੂੰ ਤਾਂ ਪਤਾ ਨਹੀਂ ਲੱਗਦਾ ਇਹਦਾ। ਤੇ ਮੰਮਾ ਨੇ ਕਿਹਾ ਤੂੰ ਮੂਰਖ ਰਹੇਂਗੀ ਸਾਰੀ ਉਮਰ। ਜਰਮਨ ਤੋਂ ਸੋਹਣੀ ਮੈਨੂੰ ਦੱਸ ਦੁਨੀਆ 'ਚ ਹੋਰ ਕਿਹੜੀ ਬੋਲੀ ਹੈ? ਜੇ ਜਰਮਨ ਲੋਕ ਜੱਲਾਦ ਹੋ ਗਏ ਤੇ ਇਹਦਾ ਕਸੂਰ ਜਰਮਨ ਬੋਲੀ ਦਾ ਥੋੜ੍ਹਾ। ਮਾਮਾ ਇਸ ਰਵਾਇਤ ਦੇ ਖਿਲਾਫ ਸੀ ਕਿ ਮਿਲਣ ਵਕਤ ਜਾਂ ਵਿਦਾਇਗੀ ਵਕਤ ਸਤਿਕਾਰ ਨਾਲ ਝੁੱਕ ਕੇ ਹੱਥ ਚੁੰਮੋ। ਕਿਹਾ ਕਰਦੀ ਹੈਲੋ ਕਹੋ, ਹੱਥ ਮਿਲਾਓ। ਇਹ ਗੁਲਾਮਾਂ ਵਾਲੀ ਆਦਤ ਮੈਨੂੰ ਚਿੜਾ ਦਿੰਦੀ ਹੈ। ਗੱਲਾਂ ਕਰਦਿਆਂ ਝੱਟ ਸਮਾਂ ਬੀਤ ਗਿਆ। ਮੈਨੂੰ ਯਾਦ ਨਹੀਂ ਕਿੰਨੇ ਕੁ ਚਿਰ ਮਿਲੇ, ਪਰ ਇਉਂ ਲੱਗਿਆ ਜਿਵੇਂ ਅੱਖ ਦੇ ਫੋਰ 'ਚ ਸਮਾਂ ਬੀਤ ਗਿਆ। ਜਦੋਂ ਵਿਛੜਨ ਲੱਗੇ ਮੈਨੂੰ ਪਤਾ ਨਹੀਂ ਕੀ ਹੋ ਗਿਆ। ਮਾਂ ਦੀ ਹਦਾਇਤ ਦੇ ਉਲਟ ਮੈਂ ਗੋਡਿਆਂ ਭਾਰ ਬੈਠ ਕੇ ਉਹਦਾ ਸੁੱਜਿਆ ਹੋਇਆ ਹੱਥ ਪਿਛਲੇ ਪਾਸਿਓਂ ਚੁੰਮ ਲਿਆ। ਮੈਨੂੰ ਇਉਂ ਕਰਦਿਆਂ ਵੇਖ ਕੇ ਪਹਿਲਾਂ ਉਹ ਮੁਸਕਰਾਈ, ਫਿਰ ਉਹਨੇ ਮੈਨੂੰ ਝਿੜਕਣ ਦੀ ਥਾਂ ਜੱਫੀ 'ਚ ਲੈ ਲਿਆ। ਮੈਂ ਆਪਣੇ ਸਿਰ ਉੱਪਰ ਹੰਝੂਆਂ ਦਾ ਝਰਨਾ ਵਗਦਾ ਪ੍ਰਤੀਤ ਕਰ ਲਿਆ। ਇਸ ਪਿੱਛੋਂ ਮੈਂ ਕਦੀ ਨਹੀਂ ਦੇਖੀ। ਮੈਨੂੰ ਮਾਰਗਰੇਟ ਆਂਟੀ ਨੇ ਦੱਸਿਆ ਸੀ ਕਿ ਇਹ ਗੱਲ ਮਿਲੇਨਾ ਨੇ ਕਈ ਵਾਰ ਉਹਨੂੰ ਸੁਣਾਈ ਸੀ। ਪੁਰਾਣੇ ਸਮੇਂ 'ਚ ਕਿਸੇ ਨੇ ਜੇਲ੍ਹ ਦੇ ਕਾਨੂੰਨ ਘੜੇ। ਉਹ ਕੌਣ ਸੀ, ਕਿਸ ਦੇਸ਼ ਦਾ ਸੀ, ਪਤਾ ਨਹੀਂ, ਪਰ ਹਰ ਯੁੱਗ 'ਚ ਹਰੇਕ ਦੇਸ਼ ਦੀਆਂ ਜੇਲ੍ਹਾਂ 'ਚ ਇੱਕੋ ਕਿਸਮ ਦੇ ਉਹੀ ਨਿਯਮ ਅੱਜ ਤੱਕ ਲਾਗੂ ਹਨ। ਕਿਸੇ ਨਾਲ ਦੁਸ਼ਮਣੀ ਹੋ ਗਈ, ਲੜ ਪਏ, ਜੇਲ੍ਹ 'ਚ ਆ ਗਏ। ਜੇਲ੍ਹ ਅੰਦਰਲੇ ਬੰਦਿਆਂ ਨਾਲ ਵੀ ਦੁਸ਼ਮਣੀਆਂ ਪੈ ਜਾਇਆ ਕਰਦੀਆਂ ਹਨ, ਪਰ ਜਿਸ ਬੰਦੇ ਕਾਰਨ ਸਜ਼ਾ ਹੋਈ
ਜਾਂ ਜਿਸ ਨਾਲ ਜੇਲ੍ਹ ਅੰਦਰ ਲੜਾਈ ਹੋ ਗਈ, ਦੁਸ਼ਮਣ ਉਹ ਨਹੀਂ। ਦੁਸ਼ਮਣ ਉਹ ਹੈ ਜਿਹਨੇ ਪਹਿਲੀ ਵਾਰ ਜੇਲ੍ਹ ਦਾ ਕਾਨੂੰਨ ਘੜਿਆ। ਡਾਕਟਰ ਨੇ ਨਾਨਾ ਜੀ ਨੂੰ ਮੰਮੀ ਦੀ ਮੌਤ ਦੀ ਟੈਲੀਗ੍ਰਾਮ ਭੇਜੀ ਸੀ ਤੇ ਕਿਹਾ ਸੀ ਲਾਸ਼ ਲੈ ਜਾਓ। ਨਾਨਾ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਉਹ ਜਰਮਨੀ 'ਚ ਜਾ ਕੇ ਕਿੱਥੇ ਲਾਸ਼ ਲਿਆਉਣ ਜੋਗਾ ਸੀ। ਉੱਥੇ ਹੀ ਦਫਨ ਕਰਕੇ ਕੁਝ ਨਿਸ਼ਾਨੀਆਂ ਡਾਕਟਰ ਨੇ ਭੇਜ ਦਿੱਤੀਆਂ। ਅਸੀਂ ਦਿਨ ਰਾਤ ਖਿਆਲ ਰੱਖਦੇ ਕਿ ਨਾਨਾ ਖੁਦਕੁਸ਼ੀ ਨਾ ਕਰ ਲਏ। ਉਹਦੇ ਬੋਲਾਂ ਦੀ ਲੜੀ ਟੁੱਟ ਜਾਂਦੀ ਸੀ। ਗੱਲ ਸ਼ੁਰੂ ਕਿਤੋਂ ਕਰਦਾ, ਖ਼ਤਮ ਕਿਤੇ ਹੋਰ। ਇਸ ਖਬਰ ਤੋਂ ਬਾਅਦ ਉਹਨੇ ਮੈਨੂੰ ਮਿਲੇਨਾ ਆਖ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਜੇਰੋਮਰ ਨੂੰ ਇਹ ਖਬਰ ਦੇਣ ਗਈ। ਰੋ ਰੋ ਕੇ ਸੁੱਜੀਆਂ ਉਹਦੀਆਂ ਅੱਖਾਂ ਤੋਂ ਮੈਂ ਸਮਝ ਗਈ ਉਹਨੂੰ ਪਹਿਲਾਂ ਹੀ ਪਤਾ ਹੈ। ਸਾਰਿਆਂ ਤੋਂ ਵਧੀਆ ਮੈਨੂੰ ਲੁਮੀਰ ਅੰਕਲ ਲੱਗਿਆ। ਮੈਂ ਉਹਨੂੰ ਖਬਰ ਦੇਣ ਵਾਸਤੇ ਘਰ ਗਈ ਤਾਂ ਮੇਰਾ ਕਾਲਾ ਗਾਊਨ ਵੇਖ ਕੇ ਬਿਨਾਂ ਦੱਸਿਆ ਉਹ ਸਮਝ ਗਿਆ। ਉਹਨੇ ਇੱਕ ਲਫ਼ਜ਼ ਵੀ ਹਮਦਰਦੀ ਜਾਂ ਉਦਾਸੀ ਦਾ ਨਹੀਂ ਕਿਹਾ। ਉਹਨੂੰ ਪਤਾ ਸੀ ਇਹੋ ਜਿਹੇ ਲਫ਼ਜ਼ਾਂ ਤੋਂ ਮੈਂ ਥੱਕੀ ਹੋਈ ਹਾਂ। ਮੈਨੂੰ ਕਹਿੰਦਾ, ਹਾਂ ਜਾ ਚੱਲ ਬਾਜ਼ਾਰ ਚੱਲੀਏ। ਅਸੀਂ 2 ਘੰਟੇ ਇੱਧਰ ਉੱਧਰ ਫਿਰਦੇ ਰਹੇ। ਉਹਨੇ ਮਾਂ ਦੀਆਂ ਗੱਲਾਂ ਤਾਂ ਮੇਰੇ ਨਾਲ ਕੀਤੀਆਂ, ਪਰ ਇਸ ਤਰ੍ਹਾਂ ਜਿਵੇਂ ਉਹ ਜਿਉਂਦੀ ਹੋਵੇ। ਮੈਨੂੰ ਉਹਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਮੇਰੀ ਥਕਾਨ ਤੇ ਉਦਾਸੀ ਲੱਥ ਗਈ। ਧੰਨਵਾਦ।